ਦੇ ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਾਹਰ ਬੈਠਿਆਂ ਵੇਖਣ ਵਾਸਤੇ ਆਉਂਦੇ ਹੈ। ਸਤਿਗੁਰੂ ਨੇ ਬੜਾ ਫਕੀਰੀ ਜਿਹਾ ਲਿਬਾਸ ਜਿਹੜਾ ਸੀ ਤਨ 'ਤੇ ਧਾਰਨ ਕੀਤਾ ਹੋਇਆ ਸੀ। ਲੋਕ ਬੜੇ ਹੈਰਾਨ ਹੁੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖ ਕੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਮਾਤ ਸੁਲੱਖਣੀ ਜੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਪਤਨੀ ਜੀ ਸਨ, ਉਹਨਾਂ ਨੇ ਆਪਣੇ ਪਿਤਾ ਉਹਨਾਂ ਨੂੰ ਸੁਨੇਹਾ ਭੇਜਿਆ। ਮੂਲ ਚੰਦ ਜੀ ਆਪਣੀ ਪੁੱਤਰੀ ਦਾ ਸੁਨੇਹਾ ਸੁਣ ਕੇ ਉਸੇ ਵਕਤ ਆਪਣੇ ਘਰ ਤੋਂ ਚੱਲ ਕੇ ਸੁਲਤਾਨਪੁਰ ਦੀ ਧਰਤੀ ਵਾਲੇ ਪਾਸੇ ਨੂੰ ਦੌੜੇ ਆਉਂਦੇ ਹੈ। ਮਾਤਾ ਸੁਲੱਖਣੀ ਜੀ ਸਾਰਾ ਹਾਲ ਦੱਸਦੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਫਕੀਰੀ ਲਿਬਾਸ ਪਾ ਕੇ ਪਿੰਡ ਤੋਂ ਬਾਹਰ ਸ਼ਮਸ਼ਾਨ ਘਾਟ ਵਿੱਚ ਬੈਠੇ ਹੈ। ਬੜੇ ਗੁੱਸੇ ਵਿੱਚ ਆਏ ਮੂਲ ਚੰਦ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਾਂਦੇ ਹੈ। ਬੜੇ ਤਰ੍ਹਾਂ ਦੇ ਨਾਲ ਬੋਲ ਕਬੋਲ ਬੋਲਦੇ ਹੈ, ਮੰਦਾ ਚੰਗਾ ਵੀ ਬੋਲਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਕਰਕੇ ਸੁਣੀ ਜਾਂਦੇ ਹੈ। ਸਤਿਗੁਰੂ ਕੋਈ ਜਵਾਬ ਨਹੀਂ ਦਿੰਦੇ। ਇਸ ਤੋਂ ਬਾਅਦ ਸਾਰਾ ਕੁਝ ਬੋਲ ਕੇ ਮੂਲ ਚੰਦ ਵਾਪਸ ਆ ਜਾਂਦੇ ਹੈ। ਫਿਰ ਮੂਲ ਚੰਦ ਜੀ ਕੀ ਕਰਦੇ ਹੈ, ਇਹ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ। ਲੜੀਵਾਰ ਇਸ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਮੂਲ ਚੰਦ ਜੀ ਜਿਹੜੇ ਬ੍ਰਾਹਮਣ ਜਿਹੜੇ ਪੰਡਤ ਦੀ ਰੋਜ਼ ਸੰਗਤ ਕਰਦੇ ਸੀ, ਜਿਨ੍ਹਾਂ ਦੇ ਨਾਲ ਮਿਲਾਪ ਰੱਖਦੇ ਸੀ ਨਾ, ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਨ। ਮਨ ਕੀ ਦੁੱਖ ਵਰਣਨ ਕਰੇ ਹੋਤ ਪਿਓ ਦੁੱਖ ਪਾਏ। ਦੁਨੀ ਚੰਦ ਉਸ ਵਕਤ ਮੂਲ ਚੰਦ ਜੀ ਜਿਹੜੇ ਸਨ ਆਪਣੇ ਮਨ ਦੇ ਸਾਰੇ ਦੁੱਖ ਰੋ ਰੋ ਕੇ ਉਸ ਬ੍ਰਾਹਮਣ ਜੀ ਨੂੰ ਦੱਸਦੇ ਹੈ, ਉਸ ਪੰਡਤ ਨੂੰ ਦੱਸਦੇ ਹੈ ਕਿਵੇਂ ਮਨ ਵਿੱਚ ਜਿਹੜਾ ਉਹ ਦੁੱਖ ਭਰਿਆ ਹੋਇਆ ਰੋ ਰੋ ਕੇ ਸਾਰੇ ਦਾ ਸਾਰਾ ਸੁਣਾ ਰਹੇ ਸਨ। ਸੁਖ ਨਾਹੀਂ ਜਬ ਕੀ ਸੁਤਾ ਵਿਵਾਹੇ ਦੀ। ਕਹਿਣ ਲੱਗੇ ਜਦੋਂ ਦੀ ਮੈਂ ਆਪਣੀ ਪੁੱਤਰੀ ਸੁਲੱਖਣੀ ਦਾ ਵਿਆਹ ਕੀਤਾ ਹੈ ਨਾ, ਮੂਲ ਚੰਦ ਕਹਿੰਦੇ ਇੱਕ ਦਿਨ ਵੀ ਮੈਨੂੰ ਸੁੱਖ ਨਹੀਂ ਮਿਲ ਸਕਿਆ। ਹਮੇਸ਼ਾ ਜਿਹੜਾ ਮੈਂ ਦੁੱਖਾਂ ਦੇ ਵਿੱਚ ਹੀ ਰਿਹਾ ਹਾਂ। ਬੈਸਿਆ ਗੌਰਨ ਮਾਹੀ ਤਾਜ ਤਰਨੀ ਘਰ ਬਾਰ ਸਭ। ਤੇ ਅੱਗੋਂ ਪੁਜਾਰੀ ਪੁੱਛਦਾ ਵੀ ਕੀ ਕਾਰਨ ਹੈ, ਹੋਇਆ ਕੀ ਹੈ। ਮੂਲ ਚੰਦ ਜੀ ਦੱਸਦੇ ਨੇ ਕਿ ਬ੍ਰਾਹਮਣ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ, ਭਾਵ ਜਿਹੜੇ ਉਹਨਾਂ ਦੇ ਜਵਾਈ ਸਨ, ਕਹਿੰਦੇ ਨਾਨਕ ਜਿਹੜਾ ਹੈ ਨਾ ਆਪਣਾ ਘਰ ਬਾਰ ਸਾਰਾ ਕੁਝ ਛੱਡ ਕੇ ਬਾਹਰ ਕਬਰਾਂ ਮਸਾਣਾਂ ਦੇ ਵਿੱਚ ਜਾ ਕੇ ਬੈਠਾ ਹੋਇਆ, ਡੇਰੇ ਲਾ ਕੇ ਸਾਰਾ ਕੁਝ ਉਹਨੇ ਜਿਹੜਾ ਉਹ ਛੱਡ ਦਿੱਤਾ ਹੈ। ਕਹਿੰਦੇ ਕਿ ਜਦੋਂ ਫਿਰ ਬ੍ਰਾਹਮਣ ਨੇ ਉਸ ਪੰਡਤ ਨੇ ਇਹ ਮੂਲ ਚੰਦ ਦੀਆਂ ਸਾਰੀਆਂ ਗੱਲਾਂ ਨੂੰ ਸੁਣਿਆ ਤੇ ਸੁਣ ਤੋਂ ਬਾਅਦ ਉਸੇ ਵਕਤ ਕਹਿਣ ਲੱਗਾ ਹੈ ਚਲੋ ਤਿਸੇ ਸਮਝਾਏ ਹੈ ਅਸ ਬਿਦ ਕਰੇ ਬਖਿਆਨ। ਪੰਡਤ ਜੀ ਕਹਿਣ ਲੱਗੇ, ਕਹਿੰਦੇ ਮੂਲ ਚੰਦ ਚਲੋ ਫਿਰ ਮੈਂ ਤੁਹਾਡੇ ਨਾਲ ਚੱਲਦਾ ਹਾਂ ਤੇ ਆਪਾਂ ਜਾ ਕੇ ਨਾ ਨਾਨਕ ਜੀ ਨੂੰ ਸਮਝਾਉਂਦੇ ਹਾਂ, ਉਹਨੂੰ ਦੱਸਦੇ ਹਾਂ ਵੀ ਕੀ ਕਰਨਾ ਚਾਹੀਦਾ ਤੇ ਉਹ ਅਸਲ ਵਿੱਚ ਕੀ ਕੁਝ ਕਰਕੇ ਜਿਹੜਾ ਉਹ ਬੈਠੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਜਾ ਕੇ ਜਿਹੜਾ ਉਹ ਵਿਚਾਰ ਕਰਾਂਗੇ, ਉਹਨਾਂ ਨੂੰ ਜਿਹੜਾ ਉਹ ਦੱਸਣਾ ਕਰਾਂਗੇ। ਬੇਦੀ ਕੁਲ ਮੰਡਲ ਸਕਲ ਦੁਖ ਖੰਡਨਾ ਪਖੰਡਨ ਕੇ ਚੰਡਨ ਸਰੂਪ ਨਿਦ ਧਾਰਿਆ। ਕਵੀ ਸੰਤੋਖ ਸਿੰਘ ਕਹਿੰਦੇ ਕਿ ਜਦੋਂ ਫਿਰ ਉਹ ਬ੍ਰਾਹਮਣ ਉਹ ਪੰਡਤ ਮੂਲ ਚੰਦ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਜਾਂਦੇ ਹੈ ਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਬੇਦੀ ਕੁਲ ਵਿੱਚ ਪੈਦਾ ਹੋਣ ਵਾਲੇ, ਦੁੱਖਾਂ ਦਾ ਨਾਸ਼ ਕਰਨ ਵਾਲੇ, ਸਾਰੇ ਦੇ ਸਾਰੇ ਪਖੰਡਾਂ ਨੂੰ ਖਤਮ ਕਰ ਦੇਣ ਵਾਲੇ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਰੂਪ ਧਾਰਨ ਕੀਤਾ ਹੋਇਆ ਸੀ। ਮੂਲਾਲੀ ਪੰਡਤ ਜਹਾਂ ਹੈ ਮਹਿ ਮੰਡਤ
ਨਿਕਟ ਬੈਸ ਤੁਰੰਡੇ ਲੋ ਬਚਨ ਉਚਾਰੀਐ। ਪੰਡਤ ਕਹਿੰਦੇ ਕਿ ਉਸ ਵਕਤ ਫਿਰ ਮੂਲ ਚੰਦ ਜੀ ਤੇ ਪੰਡਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਬੈਠ ਜਾਂਦੇ ਐ ਤੇ ਜਾ ਕੇ ਆਪਣੇ ਮੂੰਹ ਤੋਂ ਜਿਹੜਾ ਉਹਨਾਂ ਦੇ ਨਾਲ ਗੱਲਾਂ ਕਰਦੇ ਹਨ। ਬਾਲ ਬੋਧ ਲੀਨ ਕਾਚੀ ਬਾਤੇ ਸਭ ਕੀਨ ਤੁਮ ਮੋਦੀ ਕ੍ਰਿਤ ਸ਼ੋਰ ਦੀਨ ਨੀਕੋ ਨਾ ਵਿਚਾਰੀਆ। ਪੰਡਤ ਜੀ ਆਖਦੇ ਨੇ, ਕਹਿੰਦੇ ਨਾਨਕਾ ਕੀ ਬਾਲ ਬੁੱਧੀ, ਭਾਵ ਕਿਹੜੀ ਬੱਚਿਆਂ ਵਾਲੀ ਜਿੱਦ ਫੜ ਕੇ ਬੈਠੇ ਹੋ। ਮੋਦੀ ਖਾਨਾ ਤੁਸੀਂ ਛੱਡ ਦਿੱਤਾ, ਕੰਮਕਾਰ ਤੁਸੀਂ ਛੱਡ ਦਿੱਤਾ, ਪਰਿਵਾਰ ਨੂੰ ਤੁਸੀਂ ਛੱਡ ਦਿੱਤਾ ਤੇ ਇੱਥੇ ਆਣ ਕੇ ਬੈਠੇ ਹੋਏ ਹੋ। ਇਹ ਕੋਈ ਬਹੁਤਿਆ ਵਧੀਆ ਕੰਮ ਨਹੀਂ, ਇਹ ਤੇ ਇੱਕ ਬੱਚਿਆਂ ਵਾਲੀ ਜਿਹੜੀ ਉਹ ਜਿੱਦ ਤੁਸੀਂ ਫੜੀ ਹੋਈ ਹੈ। ਮਾਤ ਪਿਤਾ ਲਾਜ ਤਾਜ ਦੇਹ ਅਜ ਦੀ ਵੇਖ ਸਜ ਦੁਸ਼ਟ ਮਸਾਨ ਥਾਨ ਭਏ ਹਿਤਕਾਰੀਆ। ਕਹਿੰਦੇ ਮਾਤਾ ਪਿਤਾ ਦੀ ਤੁਹਾਨੂੰ ਕੋਈ ਲਾਜ ਨਹੀਂ ਆਉਂਦੀ, ਭਾਵ ਕੋਈ ਸ਼ਰਮ ਨਹੀਂ ਆਉਂਦੀ, ਮਾਤਾ ਪਿਤਾ ਦੀ ਇੱਜ਼ਤ ਰੱਖ ਲੈਣੀ ਕਰੋ। ਆ ਕਿਹੜਾ ਸਰੀਰ ਦੇ ਉੱਪਰ ਤੁਸੀਂ ਭੇਸ ਧਾਰਨ ਕੀਤਾ ਏ, ਇਹ ਪਹਿਰਾਵਾ ਕਿੱਦਾਂ ਦਾ ਪਹਿਨਿਆ ਹੋਇਆ ਹੈ ਤੇ ਇੱਥੇ ਮੜੀਆਂ ਦੇ ਵਿੱਚ ਸ਼ਮਸ਼ਾਨ ਘਾਟ ਵਿੱਚ ਆਣ ਕੇ ਡੇਰਾ ਲਾਇਆ। ਇਹ ਕਿੱਦਾਂ ਦੀ ਤੁਸੀਂ ਗੱਲ ਜਿਹੜੀ ਉਹ ਫੜੀ ਹੋਈ ਹੈ। ਪੰਡਤ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੱਸ ਰਹੇ ਹਨ, ਉਹਨਾਂ ਨਾਲ ਵਿਚਾਰ ਕਰਦੇ ਹਨ। ਸੁਨ ਪੰਡਤ ਕੀ ਬੈਨ ਏਵ ਸ਼੍ਰੀ ਨਾਨਕ ਜਗ ਕੰਤ। ਕਵੀ ਸੰਤੋਖ ਸਿੰਘ ਕਹਿੰਦੇ ਕਿ ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪੰਡਤ ਜੀ ਦੀ ਗੱਲ ਨੂੰ ਸੁਣਿਆ ਹੈ। ਉਚਿਰੋ ਸ਼ਬਦ ਬਸੰਤ ਮੈਂ ਹੁਤੀ ਜੋ ਰਿਤ ਬਸੰਤ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲਦੇ ਐ ਤੇ ਬਾਬਾ ਕੀ ਬੋਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਸੰਤ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ। ਇਹ ਪਾਵਨ ਬਚਨ ਜਿਹੜਾ ਸੀ ਨਾ, ਉਸ ਪੰਡਤ ਦੇ ਸਾਹਮਣੇ ਰੱਖਣਾ ਕੀਤਾ ਹੈ, ਭਾਵ ਪੰਡਤ ਜੀ ਨੂੰ ਇਸ ਪਾਵਨ ਬਚਨ ਦੇ ਰਾਹੀਂ ਜਿਹੜਾ ਉਹ ਸਮਝਾਉਣਾ ਕੀਤਾ ਹੈ। ਢੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਬਸੰਤ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ। ਬਸੰਤ ਜਿਹੜਾ ਰਾਗ ਦਾ ਨਾਮ ਹੈ, ਹੰਡੋਲ ਉਪ ਰਾਗ ਹੈ, ਭਾਵ ਮਿਕਸ ਕੀਤਾ ਹੋਇਆ ਵਿੱਚ ਰਾਗ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਪਾਵਨ ਬਚਨ ਜਿਹੜਾ ਕਿਹਾ, ਕਹਿੰਦੇ ਰਾਜਾ ਬਾਰਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ। ਰਾਜੇ ਦਾ ਭਾਵ ਹੈ ਇਹ ਮਨ। ਕਹਿੰਦੇ ਮਨ ਜਿਹੜਾ ਹੈ ਨਾ, ਇਹ ਰਾਜੇ ਦੀ ਤਰ੍ਹਾਂ ਹੈ, ਪਰ ਹੈ ਬਾਲਕ, ਹੈ ਅਣਜਾਣ, ਇਹਨੂੰ ਸਮਝ ਕੋਈ ਨਹੀਂ, ਇਹਨੂੰ ਮਤ ਕੋਈ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਇਹ ਨਗਰੀ ਕੱਚੀ ਹੈ। ਨਗਰੀ ਦਾ ਭਾਵ ਸਰੀਰ, ਇਹ ਸਰੀਰ ਕੱਚਾ ਏ, ਇਹ ਤੇ ਇੰਨਾ ਕੁ ਕੱਚਾ ਏ, ਕਹਾਂ ਬਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਇਹ ਤੋਂ ਇਹਨੂੰ ਤੇ ਨਿੱਕੀ ਜੀ ਠੋਕਰ ਲੱਗਣ ਦੀ ਦੇਰ ਹੈ, ਇਹ ਤੇ ਇੰਨਾ ਕੱਚਾ ਏ, ਉਸੇ ਵੇਲੇ ਟੁੱਟ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਪੰਡਤ ਜੀ, ਪੁਜਾਰੀ ਜੀ, ਇਹ ਮਨ ਅਣਜਾਣ ਹੈ, ਸਰੀਰ ਕੱਚਾ ਏ, ਤੇ ਨਾਲ ਸਤਿਗੁਰੂ ਕਹਿੰਦੇ ਦੁਸ਼ਟਾਂ ਨਾਲ ਪਿਆਰ। ਜਿਹੜੇ ਅੰਦਰ ਪੰਜ ਵਕਾਰ ਬੈਠੇ ਹੈ, ਮਾੜੀ ਮੱਤ ਹੈ, ਵਿਸ਼ੇ ਵਾਸ਼ਨਾਵਾਂ ਬੈਠੀਆਂ ਹੈ, ਕਹਿੰਦੇ ਇਹਨਾਂ ਦੇ ਨਾਲ ਬੰਦਾ ਜਿਹੜਾ ਉਹ ਪਿਆਰ ਪਾ ਕੇ ਬੈਠਾ ਹੋਇਆ ਹੈ। ਮਾਈ ਦੋਏ ਬਾਪਾ ਪੜੀਏ ਪੰਡਤ ਕਰੋ ਵਿਚਾਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੋਏ ਮਾਈ ਦੋਏ ਬਾਪਾ। ਦੋਏ ਮਾਈ ਦਾ ਭਾਵ ਹੈ ਆਸਾ ਤੇ ਤ੍ਰਿਸ਼ਨਾ, ਜਿਹੜੇ ਅੰਦਰ ਬੈਠੇ ਹੋਏ ਵਕਾਰ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦਵੈਸ਼, ਮਾੜੀ ਬੁੱਧੀ ਜਿਹੜੀ ਹੈ, ਇਹਨਾਂ ਦੇ ਨਾਲ ਮਨੁੱਖ ਜਿਹੜਾ ਹੈ ਉਹ ਸਨੇਹ ਜੋੜ ਕੇ ਬੈਠਾ ਹੋਇਆ ਹੈ। ਪੰਡਤ ਜੀ ਕਦੇ ਇਸ ਗੱਲ ਦੀ ਵਿਚਾਰ ਕਰਨੀ ਕਰੋ ਕਿ ਮਨੁੱਖ ਕਿਹੜੇ ਕੰਮਾਂ ਦੇ ਵਿੱਚ ਪਿਆ ਹੋਇਆ ਹੈ। ਸੁਆਮੀ ਪੰਡਤਾ ਤੁਮ ਦੇਹੋ ਮਤੀ ਕਿਨ ਬਿਦ ਪਾਓ ਪ੍ਰਾਨਪਤੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਪੰਡਤ ਜੀ ਫਿਰ ਤੁਸੀਂ ਆਪੇ ਵਿਚਾਰ ਕਰ ਲੈਣੀ ਕਰੋ, ਤੁਸੀਂ ਆਪੇ ਦੱਸ ਦੇਣਾ ਕਰੋ ਕਿਹੜਾ ਤਰੀਕਾ ਹੋਵੇ, ਕਿਹੜੀ ਸਿੱਖਿਆ ਹੋਵੇ ਜਿਹਦੇ ਨਾਲ ਮੈਂ ਪ੍ਰਾਣਾਂ ਦੇ ਪਤੀ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰ ਸਕਾਂ, ਮੈਂ ਪ੍ਰਮਾਤਮਾ ਦੇ ਨਾਲ ਸੁਨੇਹ ਜੋੜ ਸਕਾਂ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਪਾਸੇ ਪਹਿਲਾਂ ਤੇ ਪੰਡਤ ਸਮਝਾਉਣ ਵਾਸਤੇ ਆਇਆ ਹੈ ਵੀ ਨਾਨਕਾ ਕਿਹੜਾ ਕੰਮ ਫੜਿਆ ਤੁਸੀਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਲਟਾ ਉਹਨੂੰ ਸਮਝਾਉਂਦੇ ਪਏ ਨੇ। ਤੇ ਜਿਹੜਾ ਪਾਵਨ ਬਚਨ ਸਤਿਗੁਰੂ ਸਮਝਾ ਰਹੇ ਨੇ, ਉਹ ਪਾਵਨ ਬਚਨ ਜਿਹੜਾ ਬਸੰਤ ਰਾਗ ਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਹੈ।
ਸਤਿਗੁਰੂ ਕਹਿੰਦੇ ਕਿ ਇਹ ਮਨ ਜਿਹੜਾ ਅਣਜਾਣ ਹੈ, ਇਹ ਸਰੀਰ ਕੱਚਾ ਹੈ, ਇਹ ਵਿਸ਼ੇ ਵਿਕਾਰਾਂ ਦੇ ਨਾਲ ਬੰਦਾ ਜਿਹੜਾ ਉਹ ਸਨੇਹ ਜੋੜ ਕੇ ਪਿਆਰ ਪਾ ਕੇ ਬੈਠਾ ਹੋਇਆ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੱਸੋ ਕਿਵੇਂ ਬਚਿਆ ਜਾ ਸਕਦਾ ਵਿਕਾਰਾਂ ਤੋਂ, ਕਿਵੇਂ ਪਰਮਾਤਮਾ ਦੇ ਨਾਲ ਪ੍ਰਾਪਤੀ ਹੋ ਸਕਦੀ ਹੈ। ਚਲੋ ਪੰਡਤ ਜੀ ਇਹ ਗੱਲ ਮੈਨੂੰ ਤੁਸੀਂ ਦੱਸ ਦੇਣਾ ਕਰੋ, ਮੈਂ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਕਰਾਂ। ਇਹ ਜੋ ਪਾਵਨ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪੰਡਤ ਦੇ ਸਾਹਮਣੇ ਕਿਹਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਇੱਕ ਪੰਕਤੀ ਦੀ ਆਪਣੇ ਤਰੀਕੇ ਦੇ ਨਾਲ ਵਿਆਖਿਆ ਅਰਥ ਕਰਕੇ ਸਮਝਾ ਰਹੇ ਹਨ। ਰਾਜਾ ਬਾਲਕ ਸਮਝੋ ਨਿਤ ਪ੍ਰਜਾਨੋ ਚੰਚਲ ਸੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਪਾਵਨ ਬਚਨ ਬਖਸ਼ਿਸ਼ ਕੀਤਾ ਹੈ ਨਾ, ਉਹਦੀ ਵਿਆਖਿਆ ਕਰਦਿਆਂ ਕਵੀ ਸੰਤੋਖ ਸਿੰਘ ਕਹਿੰਦੇ ਕਿ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨੇ, ਕਹਿੰਦੇ ਪੰਡਤ ਜੀ ਇਸ ਮਨ ਨੂੰ ਰਾਜਾ ਸਮਝ ਲਓ, ਬਾਰਕ ਸਮਝ ਲਓ, ਬੱਚਾ ਸਮਝ ਲਓ, ਅਣਜਾਣ ਹੈ, ਤੇ ਨਾਲੇ ਇਹ ਵੀ ਸਮਝ ਲਓ ਕਿ ਇਹ ਮਨ ਹਮੇਸ਼ਾ ਚੰਚਲ ਹੈ। ਚੰਚਲ ਦਾ ਭਾਵ ਹੁੰਦਾ ਜਿਹੜਾ ਕਦੇ ਨਹੀਂ ਟਿਕਦਾ। ਬਾਬੇ ਦੀ ਬਾਣੀ ਦਾ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਇਹ ਮਨ ਚੰਚਲ ਹੈ, ਇਹ ਮਨ ਟਿਕਣ ਵਾਲਾ ਨਹੀਂ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੰਡਤ ਨੂੰ ਕਹਿੰਦੇ ਕਿ ਚੰਚਲ ਮਨ ਹੈ, ਇਹਨੂੰ ਜਿਹੜਾ ਇਹ ਸਮਝਣਾ ਕਰੋ। ਨੀਤ ਨ ਸਿੱਖੋ ਰੂਪ ਗਿਆਨਾ ਖੇਲ ਤਿਉ ਸੁਖ ਦਿਸੇ ਮਾਨਾ। ਕਵੀ ਸੰਤੋਖ ਸਿੰਘ ਜੀ ਫਿਰ ਅਰਥ ਕਰਦੇ ਆ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇਹ ਦਿਨ ਰਾਤ ਵਿਸ਼ੇ ਵਿਕਾਰਾਂ ਦੇ ਸੁੱਖਾਂ ਦੇ ਵਿੱਚ ਖੇਡਦਾ ਹੈ। ਇਹਨੂੰ ਆ ਵਿਸ਼ੇ ਵਿਕਾਰ ਬੜੇ ਚੰਗੇ ਲੱਗਦੇ ਹੈ, ਇਹਨਾਂ ਦੇ ਵਿੱਚ ਖੇਡਦਾ ਰਹਿੰਦਾ ਹੈ ਤੇ ਕਦੇ ਵੀ ਇਹ ਪਰਮਾਤਮਾ ਦੇ ਨਾਲ ਜੁੜਦਾ ਨਹੀਂ, ਕਦੇ ਵੀ ਗਿਆਨ ਵੱਲ ਵੱਧਦਾ ਨਹੀਂ, ਕਦੇ ਗਿਆਨ ਦੀ ਪ੍ਰਾਪਤੀ ਕਰਦਾ ਨਹੀਂ, ਬਲਕਿ ਇਹਨਾਂ ਵਕਾਰਾਂ ਦੇ ਵਿੱਚ ਹੀ ਜਿਹੜਾ ਖੁਸ਼ ਹੋਈ ਜਾਂਦਾ ਹੈ। ਕੱਚੀ ਨਗਰੀ ਮੈਂ ਤੇ ਬਾਸਾ ਆਜ ਕਾਲ ਜੇ ਹੋਏ ਬਨਾਸਾ। ਕਵੀ ਸੰਤੋਖ ਸਿੰਘ ਸਮਝਾ ਰਹੇ ਨੇ, ਕਹਿੰਦੇ ਫਿਰ ਸਤਿਗੁਰੂ ਨੇ ਕਿਹਾ ਵੀ ਕੱਚੀ ਨਗਰੀ 'ਚ ਵਸਦਾ ਹੈ, ਭਾਵ ਸਰੀਰ ਕੱਚਾ ਹੈ, ਇਹਦੇ ਵਿੱਚ ਵਾਸ ਕਰਦਾ ਹੈ, ਤੇ ਫਿਰ ਉਹ ਸਰੀਰ ਵਿੱਚ ਵਾਸ ਕਰਦਾ ਜਿਹੜਾ ਸਰੀਰ ਨਾਸ਼ ਹੋ ਜਾਣ ਵਾਲਾ, ਨਸ਼ਟ ਹੋ ਜਾਣ ਵਾਲਾ ਏ, ਉਹਦੇ ਵਿੱਚ ਇਹ ਮਨ ਜਿਹੜਾ ਹਰ ਰੋਜ਼ ਰਹਿੰਦਾ ਹੈ। ਨਿਤ ਥਿਰ ਜਾਨ ਸਕੀਨ ਸੁਨੇਹਾ ਟੈ ਨ ਕਾਲ ਪਰੇ ਜੈ ਮੇਹਾ। ਕਹਿੰਦੇ ਕਿ ਮਨ ਇਸ ਸਰੀਰ ਨਾਲ ਇੰਨਾ ਕੁ ਮੋਹ ਪਾ ਕੇ ਬੈਠਾ ਹੋਇਆ ਏ, ਇਹ ਗੱਲ ਕਦੇ ਵੀ ਸਮਝਦਾ ਨਹੀਂ ਕਿ ਇਹ ਜਿਹੜਾ ਸਰੀਰ ਹੈ ਇਹਨੇ ਇੱਕ ਦਿਨ ਢਹਿ ਢੇਰੀ ਹੋ ਜਾਣਾ ਹੈ। ਜਾਏ ਚਾਨੰਗਰੇ ਸਾਰੀ ਤਬ ਸੋਜੀ ਹੈ ਦੁਖ ਮਝਾਰੀ। ਕਹਿੰਦੇ ਕਿ ਜਦੋਂ ਇਹ ਕੱਚੀ ਦੇਹ ਜਿਹੜੀ ਹੈ ਟੁੱਟ ਜਾਣਾ ਕਰੇਗੀ ਤੇ ਫਿਰ ਇਹ ਮਨੁੱਖ ਜਿਹੜਾ ਨਾ ਇਹਨੂੰ ਫਿਰ ਸਮਝ ਆਉਣਾ ਕਰੇਗੀ। ਪਾਂਚ ਦੁਸ਼ਟ ਕੋ ਕਰਤ ਵਿਚਾਰੂ ਸੋ ਤਿਨ ਕੇ ਨਿਤਕਾਰ ਸ਼ਿੰਗਾਰੂ। ਕਹਿੰਦੇ ਜਿਹੜੇ ਪੰਜ ਵਿਕਾਰ ਰੋਜ਼ ਬੰਦੇ ਦਾ ਕੰਮ ਵਿਗਾੜਦੇ ਐ, ਜਿਹੜੇ ਪੰਜ ਵਿਕਾਰ ਰੋਜ਼ ਬੰਦੇ ਨੂੰ ਦੁਖੀ ਕਰਦੇ ਐ, ਇਹ ਬੰਦਾ ਉਹਨਾਂ ਹੀ ਪੰਜਾਂ ਦੇ ਨਾਲ ਦੋਸਤੀ ਪਾ ਕੇ ਬੈਠਾ ਹੋਇਆ ਹੈ। ਕਾਮ ਕ੍ਰੋਧ ਲੋਭ ਪਨਾ ਮੋਹਿ ਪਲੀ ਹੰਕਾਰ। ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਰਹੇ ਸਨ, ਪੰਡਤ ਜੀ ਇਹ ਸਰੀਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੜੇ ਬਲਵਾਨ ਨੇ, ਬੜੇ ਤਾਕਤਵਰ ਹਨ। ਇਨਸਿਓ ਕਰਤਿਓ ਮੀਤਤਾ ਭਾਵ ਸੰਗਤੀ ਖਵਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਸਨ, ਪੰਡਤ ਜੀ ਜਿਹੜਾ ਇਹਨਾਂ ਦੇ ਨਾਲ ਦੋਸਤੀ ਪਾਉਂਦਾ ਹੈ ਨਾ, ਜਿਹੜਾ ਇਹਨਾਂ ਦੇ ਨਾਲ ਮਿੱਤਰਤਾ ਪਾਉਂਦਾ ਹੈ, ਉਹ ਹਮੇਸ਼ਾ ਖੁਆਰ ਹੀ ਹੁੰਦਾ ਹੈ, ਉਹਦਾ ਕੋਈ ਵੀ ਕਾਰਜ ਸਫਲ ਨਹੀਂ ਹੋ ਸਕਦਾ। ਲੁੱਟੇ ਮਿਲ ਕਰ ਇਸਕੀ ਨਗਰੀ ਨੀਤ ਉਚਾਰੇ ਈਸੂ ਜਗਰੀ। ਸਤਿਗੁਰੂ ਕਹਿ ਰਹੇ ਸਨ, ਕਹਿੰਦੇ ਪੰਜ ਵਿਕਾਰ ਮਿਲ ਕੇ ਬੰਦੇ ਦੀ ਇਸ ਨਗਰੀ ਨੂੰ ਲੁੱਟਦੇ ਐ, ਸਰੀਰ ਨੂੰ ਲੁੱਟਦੇ ਐ। ਬਾਬੇ ਦੀ ਪਾਵਨ ਬਾਣੀ ਦਾ ਬਚਨ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੇ ਪੁਕਾਰਾ। ਫਿਰ ਬੰਦੇ ਦੀ ਪੁਕਾਰ ਵੀ ਕੋਈ ਨਹੀਂ ਸੁਣਦਾ। ਤੇ ਇੱਥੇ ਵੀ ਕਵੀ ਸੰਤੋਖ ਸਿੰਘ ਦਰਸਾ ਰਹੇ ਨੇ ਕਿ ਬਾਬੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਪੰਜ ਵਿਕਾਰ ਦਿਨ ਰਾਤ ਇਸ ਬੰਦੇ ਦੇ ਸਰੀਰ ਨੂੰ ਲੁੱਟਦੇ ਹਨ। ਬਿਗੜੋ ਆਪਨ ਜਾਣਿਓ ਨਾਹੀ ਮਿਲਿਓ ਰੇ ਪੌਨ ਪੌਨ ਤੇ ਮਾਹੀ। ਕਵੀ ਸੰਤੋਖ ਸਿੰਘ ਕਹਿੰਦੇ ਬੰਦਾ ਆਪਣੇ ਇਸ ਨੁਕਸਾਨ ਨੂੰ ਸਮਝਦਾ ਹੀ ਨਹੀਂ ਕਿ ਵਿਕਾਰ ਮੈਨੂੰ ਲੁੱਟੀ ਜਾ ਰਹੇ ਹੈ, ਪਰ ਮੁੜ ਮੁੜ ਕੇ ਫਿਰ ਉਹਨਾਂ ਦੇ ਨਾਲ, ਉਹਨਾਂ ਵਿਕਾਰਾਂ ਦੇ ਨਾਲ ਹੀ ਦੋਸਤੀ ਪਾਉਂਦਾ ਹੈ। ਆਤ ਵਿਦਿਆ ਦੂਜੀ ਮਾਇਆ ਈਸ਼ ਜੀਵ ਦੁਇ ਪਿਤ ਜਿਨ ਜਾਇਆ। ਕਹਿੰਦੇ ਕਿ ਸੰਸਾਰ ਦੇ ਵਿੱਚ ਅਵਿਦਿਆ ਭਾਵ ਕਿ ਅਗਿਆਨਤਾ ਤੇ ਮਾਇਆ ਦਾ ਭਾਵ ਹੁੰਦਾ ਉਹ ਹਰ ਚੀਜ਼ ਜਿਹਦੇ ਨਾਲ ਪ੍ਰਮਾਤਮਾ ਜਿਹੜਾ ਉਹ ਭੁੱਲ ਜਾਂਦਾ ਹੈ, ਜਿਹਦੇ ਨਾਲ ਪ੍ਰਮਾਤਮਾ ਵਿਸਰ ਜਾਂਦਾ ਹੈ।
ਕਹਿੰਦੇ ਮੰਨ ਲਓ ਇਹ ਦੋਵੇਂ ਚੀਜ਼ਾਂ ਜਿਹੜੀਆਂ ਸੰਸਾਰ ਦੀ ਮਾਂ ਦੇ ਬਰਾਬਰ ਹੈ, ਤੇ ਦੂਸਰੇ ਪਾਸੇ ਇੱਕ ਪ੍ਰਮਾਤਮਾ ਹੈ ਤੇ ਇੱਕ ਆਤਮਾ ਹੈ। ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋਣਾ ਚਾਹੀਦਾ ਹੈ, ਪਰ ਮਨੁੱਖ ਜਿਹੜਾ ਹੈ ਨਾ ਇਹ ਉਹਦੇ ਤੋਂ ਖੁੰਝਿਆ ਰਹਿੰਦਾ ਹੈ। ਜਿਹੜੇ ਪ੍ਰਮਾਤਮਾ ਨੇ ਆਤਮਾ ਬਣਾ ਕੇ ਜਨਮ ਦਿੱਤਾ ਉਹਨੂੰ ਕਦੇ ਚੇਤੇ ਨਹੀਂ ਕਰਦਾ। ਦੇਖੋ ਜਾਣੇ ਕੁਟਲਤਾ ਕਾਰਨਾ ਕਿ ਬਿਦ ਜਾਕੋ ਹੋਈ ਸਵਾਰਨਾ। ਕਹਿੰਦੇ ਕਿ ਇਸੇ ਖੋਟ ਦੇ ਵਿੱਚ ਬੰਦਾ ਫਸਿਆ ਰਹਿੰਦਾ ਹੈ, ਕਦੇ ਵੀ ਆਪਣੇ ਆਪ ਨੂੰ ਸਮਝਦਾ ਨਹੀਂ, ਕਦੇ ਵੀ ਇਸ ਮਨ ਨੂੰ ਸਮਝਾਉਣ ਦਾ ਯਤਨ ਨਹੀਂ ਕਰਦਾ ਕਿ ਕਿਸੇ ਵਿਧੀ ਨਾਲ ਕਿਸੇ ਤਰੀਕੇ ਨਾਲ ਮਨ ਨੂੰ ਸਮਝਾਇਆ ਜਾਏ, ਪਰ ਬੰਦਾ ਇਹ ਮਨੁੱਖ ਕਦੇ ਵੀ ਮਨ ਨੂੰ ਸਮਝਾਉਂਦਾ ਨਹੀਂ ਹੈ। ਹਰ ਵਿਚਾਰ ਸਿਖਵਨ ਮੁਝ ਦੀਜੇ ਭਉ ਪੰਡਤ ਪ੍ਰਾਪਤ ਪ੍ਰਭ ਕੀਜੈ। ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਕਿਹਾ ਸੀ, ਕਹਿੰਦੇ ਪੰਡਤ ਜੀ ਜੇ ਤੁਹਾਡੇ ਕੋਲ ਕੋਈ ਤਰੀਕਾ ਹੈਗਾ ਏ ਤੇ ਮੈਨੂੰ ਵੀ ਦੱਸ ਦੇਵੋ ਕਿ ਕਿਵੇਂ ਪ੍ਰਮਾਤਮਾ ਦੇ ਨਾਲ ਮਿਲਾਪ ਹੋਵੇ। ਰੀ ਬਿਦਬਦ ਕਰ ਕਰਨਾ ਸਦਨਾ ਮਸ਼ਟ ਕਰੀ ਪੁਨ ਪੰਕਜ ਬਦਨਾ। ਕਵੀ ਸੰਤੋਖ ਸਿੰਘ ਕਹਿੰਦੇ ਇਹ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ ਉਹ ਚੁੱਪ ਹੋ ਜਾਂਦੇ ਹਨ, ਪਰ ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪੰਡਤ ਜੀ ਨੂੰ ਉਪਦੇਸ਼ ਦੇ ਕੇ ਚੁੱਪ ਹੁੰਦੇ ਹਨ। ਮੂਲਾ ਬੋਲਿਓ ਸੁਨਤ ਬਚ ਅਸ ਵਿਚਾਰ ਜੋ ਤੋਹੇ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਇੰਨੇ ਚਿਰ ਨੂੰ ਉਹਨਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਹੁਰਾ ਜੀ ਸਨ ਮੂਲ ਚੰਦ ਜੀ, ਉਹ ਕੋਲੋਂ ਬੋਲ ਪੈਂਦੇ ਹਨ। ਉਹ ਵਿਆਹ ਕਰਵਾਇਆ ਕਿਉਂ ਤੈ ਦੁਖ ਦੀਨੋ ਮੋਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ ਵੀ ਫਿਰ ਇਹ ਜੇ ਇੰਨਾ ਹੀ ਤੁਸੀਂ ਤਿਆਗੀ ਹੋ, ਇੰਨਾ ਹੀ ਸਾਰਾ ਕੁਝ ਕਰਨ ਵਾਲੇ, ਇੰਨਾ ਤੁਹਾਨੂੰ ਸਮਝ ਹੈ, ਫਿਰ ਤੁਸੀਂ ਆਪਣਾ ਵਿਆਹ ਹੀ ਕਿਉਂ ਕਰਾਇਆ? ਇਹ ਨਹੀਂ ਸੀ ਕਰਾਉਣਾ ਚਾਹੀਦਾ। ਦਰਬ ਲਟਾਇਓ ਬਾਦ ਬੋ ਸੁਤ ਤੇ ਦਿਓ ਨ ਟਾਂਕ। ਕਹਿੰਦੇ ਕਿ ਤੁਸੀਂ ਦਿਨ ਰਾਤ ਇਸ ਧਨ ਨੂੰ ਵਿਗਾੜਿਆ ਹੀ ਵਿਗਾੜਿਆ ਏ, ਆਪਣੇ ਪੁੱਤਰਾਂ ਨੂੰ ਆਪਣੀ ਪਤਨੀ ਨੂੰ ਕਦੇ ਇੱਕ ਟਕਾ ਤੱਕ ਵੀ ਨਹੀਂ ਦਿੱਤਾ। ਬਿਨ ਬ੍ਰਿਗਾ ਤਜ ਭਾਜਿਆ ਪੁਨ ਕੈ ਸ਼੍ਰੀ ਮੁਖ ਵਾਕ। ਕਹਿੰਦੇ ਕਿ ਤੁਸੀਂ ਘਰ ਨੂੰ ਤਿਆਗ ਕੇ ਬਾਹਰ ਆ ਕੇ ਬੈਠ ਗਏ ਹੋ। ਜਦੋਂ ਇਹ ਬਚਨ ਕਹਿ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਪਾਵਨ ਬਾਣੀ ਦਾ ਅਗਲਾ ਮੁਬਾਰਕ ਬਚਨ ਜਿਹੜਾ ਹੈ ਨਾ ਉਹ ਸਮਝਾਉਣਾ ਕੀਤਾ ਹੈ। ਅਗਨ ਬਨਾਸਪਤ ਮੌਲੀ ਸਾਗਰ ਪੰਡ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇ ਪਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਦੇਖੋ ਸਾਰੀ ਬਨਾਸਪਤੀ ਹੈ ਨਾ, ਇਹ ਸਾਰੀ ਬਨਾਸਪਤੀ ਦੇ ਵਿੱਚ ਸਤਿਗੁਰੂ ਕਹਿੰਦੇ ਅੱਗ ਹੈ, ਅੱਗ ਭਰੀ ਹੋਈ ਹੈ, ਪਰ ਇਸ ਸਾਰੀ ਬਨਾਸਪਤੀ ਦੇ ਵਿੱਚ ਭਰੀ ਹੋਈ ਅੱਗ ਜਿਹੜੀ ਹੈ ਨਾ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ। ਆਪਾਂ ਬਾਬੇ ਦੀ ਬਾਣੀ ਦੇ ਪਾਵਨ ਬਚਨ ਪੜ੍ਹਦੇ ਹਾਂ, ਸਗਲ ਬਨਾਸਪਤ ਮਾਹੇ ਬਸੰਤਰ ਸਗਲ ਦੂਧ ਮੈਂ ਘੀਆ। ਦੁੱਧ ਦੇ ਵਿੱਚ ਘਿਓ ਹੈ ਪਰ ਨਜ਼ਰ ਆਉਂਦਾ? ਨਜ਼ਰ ਨਹੀਂ ਆਉਂਦਾ। ਬਨਾਸਪਤੀ ਵਿੱਚ ਅੱਗ ਹੈ, ਲੱਕੜ ਵਿੱਚ ਅੱਗ ਹੈ, ਪਰ ਉਹ ਅੱਗ ਨਜ਼ਰ ਨਹੀਂ ਆਉਂਦੀ। ਬਾਹਰੋਂ ਉਹਨੂੰ ਅੱਗ ਲਾਈ ਜਾਏ ਫਿਰ ਬਾਕੀ ਦੀ ਅੱਗ ਜਿਹੜੀ ਹੈ ਨਾ ਅੰਦਰੋਂ ਇਦਾਂ ਹੀ ਪ੍ਰਗਟ ਹੋ ਜਾਂਦੀ ਹੈ। ਕਹਿੰਦੇ ਇੰਨਾ ਵੱਡਾ ਸਮੁੰਦਰ ਹੈ, ਉਹ ਅੱਗ ਜਿਹੜੀ ਹੈ ਲੱਕੜ ਵਿੱਚ ਵੱਜੀ ਪਈ ਹੈ, ਇੰਨਾ ਵੱਡਾ ਸਮੁੰਦਰ ਹੈ ਉਹ ਵੱਜਾ ਪਿਆ ਹੈ, ਐਵੇਂ ਕਿਸੇ ਦਾ ਨੁਕਸਾਨ ਜਿਹੜਾ ਹੈ ਨਾ ਉਹ ਨਹੀਂ ਕਰ ਦਿੰਦਾ। ਚੰਦ ਸੂਰਜ ਦੋਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੰਦਰਮਾ ਹੈ, ਸੂਰਜ ਹੈ। ਚੰਦਰਮਾ ਆਪਣੇ ਤਰੀਕੇ ਦੇ ਨਾਲ ਰੋਸ਼ਨੀ ਦੇ ਰਿਹਾ ਹੈ, ਸੂਰਜ ਆਪਣੇ ਤਰੀਕੇ ਦੇ ਨਾਲ ਰੋਸ਼ਨੀ ਦੇ ਰਿਹਾ ਹੈ। ਦੋਵਾਂ ਦੀ ਲੋੜ ਹੈ, ਇੱਕ ਤਪਦਾ ਪਿਆ ਹੈ, ਇੱਕ ਸ਼ੀਤਲਤਾ ਦਾ ਪ੍ਰਤੀਕ ਹੈ। ਇੱਕ ਬਿਲਕੁਲ ਇੰਨਾ ਕੁ ਜ਼ਿਆਦਾ ਤਪਦਾ ਹੈ, ਉਹ ਤਪਤ ਦਾ ਪ੍ਰਤੀਕ ਹੈ, ਇੱਕ ਸ਼ੀਤਲਤਾ ਦਾ ਪ੍ਰਤੀਕ ਹੈ। ਦੋਵਾਂ ਨੂੰ ਪ੍ਰਮਾਤਮਾ ਨੇ ਆਪਣੀ ਆਪਣੀ ਜਗ੍ਹਾ ਤੇ ਬੰਨ੍ਹ ਕੇ ਰੱਖਿਆ ਹੋਇਆ ਹੈ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਸਨ ਕਿ ਦੋਵਾਂ ਨੂੰ ਪਰਮਾਤਮਾ ਜੀ ਨੇ ਆਪਣੀ ਆਪਣੀ ਥਾਂ ਤੇ ਇਦਾਂ ਟਿਕਾਇਆ ਹੈ। ਭਾਵ ਹਰ ਚੀਜ਼ ਹਰ ਜਗ੍ਹਾ ਪਰਮਾਤਮਾ ਨੇ ਆਪਣੇ ਤਰੀਕੇ ਦੇ ਨਾਲ ਬੰਨ੍ਹ ਕੇ ਸੰਸਾਰ ਨੂੰ ਜਿਹੜੀ ਹੈ ਨਾ ਉਹ ਦਿੱਤੀ ਹੋਈ ਹੈ।